ਸੋ ਜੀ ਪਹਿਲਾਂ ਤਾਂ ਤੁਹਾਡੇ ਸਾਰਿਆਂ ਦਾ ਪਿਆਰ ਭਰਿਆ ਸਤਿ ਸ਼੍ਰੀ ਅਕਾਲ। ਮੈਂ ਅਨਮੋਲ ਬਾਜਵਾ ਹੇਮਕੁੰਟ ਐਜੂਕੇਸ਼ਨ ਕੰਸਲਟੈਂਟ ਤੋਂ ਅੱਜ ਤੁਹਾਡੇ ਵਾਸਤੇ ਬਹੁਤ ਹੀ ਵਧੀਆ ਅਪਡੇਟ ਲੈ ਕੇ ਹਾਜ਼ਰ ਹੋਇਆ। ਤੁਹਾਡੇ ਸਾਰਿਆਂ ਦੀ ਮੈਨੂੰ ਕਮੈਂਟ ਦੇ ਵਿੱਚ ਇੱਕ ਰਿਕੁਐਸਟ ਆ ਰਹੀ, ਸਰ ਵੈਕਸੀਨ ਪਾਸਪੋਰਟ ਦੇ ਉੱਤੇ ਪਲੀਜ਼ ਇੱਕ ਅਪਡੇਟ ਲੈ ਕੇ ਆਓ। ਪਰ ਹੁਣ ਮੈਂ ਤੁਹਾਨੂੰ ਇੱਕ ਬਹੁਤ ਹੀ ਵਧੀਆ ਅਪਡੇਟ ਦੇਣ ਵਾਲਾ, ਤੁਸੀਂ ਵੀਡੀਓ ਨੂੰ ਪਲੀਜ਼ ਐਂਡ ਤੱਕ ਜ਼ਰੂਰ ਵੇਖਣਾ। 2-3 ਅਪਡੇਟਸ ਰਹਿਣਗੀਆਂ, ਪਰ ਜੋ ਪਹਿਲੀ ਅਪਡੇਟ ਹੈਗੀ ਉਹ ਇੰਡੀਅਨ ਇੰਟਰਨੈਸ਼ਨਲ ਸਟੂਡੈਂਟਸ ਵਾਸਤੇ ਬਹੁਤ ਹੀ ਵਧੀਆ ਅਪਡੇਟ ਨਿਕਲ ਕੇ ਆ ਰਹੀ ਹੈ ਕਿ ਇੰਡੀਅਨ ਇੰਟਰਨੈਸ਼ਨਲ ਸਟੂਡੈਂਟ ਹੁਣ ਆਪਣੀ ਹੋਮ ਕੰਟਰੀ ਦੇ ਵਿੱਚ ਯਾਨੀ ਇੰਡੀਆ ਦੇ ਵਿੱਚ ਹੁਣ ਵੈਕਸੀਨ ਵਾਸਤੇ ਐਲੀਜੀਬਲ ਹੋ ਚੁੱਕੇ ਨੇ। ਪ੍ਰਾਈਮ ਮਿਨਿਸਟਰ ਮੋਦੀ ਦੀ ਤਰਫ ਤੋਂ ਹੁਣ ਇਹ ਟੋਟਲੀ ਐਲਾਨ ਕਰ ਦਿੱਤਾ ਗਿਆ ਵੀ 1 ਮਈ ਤੋਂ ਜੋ 18+ ਬੰਦੇ ਹੈਗੇ ਨੇ ਉਹ ਵੈਕਸੀਨ ਲਵਾ ਸਕਦੇ ਨੇ ਇੰਡੀਆ ਦੇ ਵਿੱਚ। ਪਰ ਸਾਨੂੰ ਸਿਰਫ ਉਹੀ ਵੈਕਸੀਨ ਲਵਾਉਣੀ ਹੈ ਜੋ ਆਸਟ੍ਰੇਲੀਆ ਦੇ ਵਿੱਚ ਇਸ ਟਾਈਮ ਹੈਗੀ ਹੈ, ਜਾਂ ਤੇ ਐਸਟਰਾਜੈਨਿਕਾ ਦੀ ਵੈਕਸੀਨ ਜੋ ਇੰਡੀਆ ਦੇ ਵਿੱਚ ਕੋਵਿਸ਼ੀਲਡ ਨਾਮ ਤੋਂ ਲੱਗ ਰਹੀ ਹੈ, ਤੇ ਜਾਂ ਤੇ ਫਾਈਜ਼ਰ ਦੀ ਵੈਕਸੀਨ ਜੋ ਇੰਡੀਆ ਦੇ ਵਿੱਚ ਇਸ ਟਾਈਮ ਨਹੀਂ ਹੈਗੀ। ਇੰਡੀਆ ਦੇ ਵਿੱਚ ਟੋਟਲ 12.5 ਕਰੋੜ ਤੋਂ ਉੱਤੇ ਜੋ ਡੋਸਿਸ ਨੇ ਉਹ ਲੱਗ ਚੁੱਕੀਆਂ ਨੇ, ਜਿਨ੍ਹਾਂ ਵਿੱਚੋਂ 10 ਕਰੋੜ ਤੋਂ ਉੱਤੇ ਲੋਕਾਂ ਨੂੰ ਆਪਣੀ ਪਹਿਲੀ ਡੋਜ਼ ਲੱਗ ਚੁੱਕੀ ਹੈ। ਤੇ ਹੁਣ ਪ੍ਰਾਈਮ ਮਿਨਿਸਟਰ ਮੋਦੀ ਨੇ ਐਲਾਨ ਕਰਤਾ ਕਿ 18+ ਤੋਂ ਜਿੰਨੇ ਵੀ ਬੰਦੇ ਉੱਤੇ ਹੈਗੇ ਨੇ ਉਨ ਸਾਰਿਆਂ ਨੂੰ ਵੈਕਸੀਨੇਸ਼ਨ ਦਿੱਤੀ ਜਾਏ। ਤੇ ਜਿਵੇਂ ਹੀ ਇਹ ਵੈਕਸੀਨ ਲੱਗਣੀ ਸ਼ੁਰੂ ਹੋ ਗਈ, ਸਾਡੇ ਕੋਲ ਵੈਕਸੀਨ ਦਾ ਸਰਟੀਫਿਕੇਟ ਆ ਗਿਆ, ਤਾਂ ਆਪਾਂ ਵੈਕਸੀਨ ਦਾ ਪਾਸਪੋਰਟ ਲੈ ਕੇ ਆਸਟ੍ਰੇਲੀਆ ਟਰੈਵਲ ਕਰ ਸਕਦੇ ਹਾਂ। ਤੇ ਵੀਡੀਓ ਦੇ ਮੈਂ ਤੁਹਾਨੂੰ ਵੈਕਸੀਨ ਪਾਸਪੋਰਟ ਦੀ ਵੀ ਅਪਡੇਟ ਦਵਾਂਗਾ। ਵੀਡੀਓ ਨਾਲ ਟੱਚ ਕਰੋ ਤੇ ਐਂਡ ਤੱਕ ਜ਼ਰੂਰ ਵੀਡੀਓ ਵੇਖੋ। ਅੱਜ ਦੇ ਦਿਨ ਪ੍ਰਾਈਮ ਮਿਨਿਸਟਰ ਮੋਦੀ ਦੀ ਤੇ ਫਾਰਮਾਸਿਊਟੀਕਲ ਕੰਪਨੀ ਦੇ ਮੈਨੂਫੈਕਚਰਰਸ ਦੀ ਇੱਕ ਇਕੱਠੀ ਮੀਟਿੰਗ ਹੋਈ, ਸਟੇਕ ਹੋਲਡਰਸ ਦੀ ਇਕੱਠੀ ਮੀਟਿੰਗ, ਜਿਹਦੇ ਦੇ ਵਿੱਚ ਇਹ ਡਿਸਾਈਡ ਕੀਤਾ ਗਿਆ ਵੀ ਹੁਣ ਇੰਡੀਆ ਦੇ ਵਿੱਚ 18+ ਜੋ ਲੋਕੀ ਐਲੀਜੀਬਲ ਹੈਗੇ ਨੇ ਉਹਨਾਂ ਨੂੰ ਕੋਵਿਡ-19 ਦੀ ਵੈਕਸੀਨ ਦਿੱਤੀ ਜਾਏ। ਤੇ ਵੈਕਸੀਨੇਸ਼ਨ ਨੂੰ ਕਿਵੇਂ ਰੈਂਪ ਅਪ ਕਰਨਾ ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਵੈਕਸੀਨ ਦਿੱਤੀ ਜਾਏ। ਜ਼ਿਆਦਾ ਡੀਪਲੀ ਤੁਹਾਨੂੰ ਮੈਂ ਇਹ ਅਪਡੇਟ ਨਹੀਂ ਦਵਾਂਗਾ। ਇਸ ਅਪਡੇਟ ਦਾ ਲਿੰਕ ਮੈਂ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਵਿੱਚ ਛੱਡਦਾ ਤਾਂ ਕਿ ਤੁਸੀਂ ਅਪਡੇਟ ਖੁਦ ਪੜ੍ਹ ਸਕੋ। ਸੋ ਫਰੈਂਡ, ਅੱਜ ਹੀ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦਾ ਟਰੈਵਲ ਬਬਲ ਸ਼ੁਰੂ ਹੋਇਆ ਤੇ ਅੱਜ ਹੀ ਇੰਡੀਆ ਦੇ ਵਿੱਚ ਵੀ ਇੱਕ ਬਹੁਤ ਹੀ ਵਧੀਆ ਗੁੱਡ ਨਿਊਜ਼ ਆਈ ਕਿ ਇੰਡੀਆ ਦੇ ਵਿੱਚ ਪ੍ਰਾਈਮ ਮਿਨਿਸਟਰ ਮੋਦੀ ਨੇ 18+ ਜੋ ਲੋਕੀ ਹੈਗੇ ਨੇ ਉਹਨਾਂ ਨੂੰ ਵੈਕਸੀਨ ਐਲੀਜੀਬਲ ਕਰਤੀ। ਇਹਦੇ ਵਿੱਚ ਇੰਟਰਨੈਸ਼ਨਲ ਸਟੂਡੈਂਟਸ ਵੀ ਆਉਂਦੇ ਨੇ ਤੇ ਹੋਰ ਨੋਰਮਲ ਸਟੂਡੈਂਟਸ। ਹੁਣ ਆਪਾਂ ਆ ਗਏ ਆਪਣੀ ਅਗਲੀ ਵੱਡੀ ਅਪਡੇਟ ਜੋ ਹੈਗੀ ਆਈਟਾ ਦਾ ਟਰੈਵਲ ਪਾਸ ਕਦੋਂ ਰਿਲੀਜ਼ ਹੋ ਰਿਹਾ। ਫਾਈਨਲੀ ਆਈਟਾ ਦਾ ਟਰੈਵਲ ਪਾਸ ਹੈਗਾ ਉਹ ਅਪ੍ਰੈਲ ਮਿਡ ਦੇ ਵਿੱਚ ਨਿਕਲ ਰਿਹਾ ਹੈ। ਜਿਹੜੀ 에ਅਰਲਾਈਨਸ ਨੇ ਆਈਟਾ ਦੇ ਟਰੈਵਲ ਪਾਸ ਨੂੰ ਆਪਣੀ ਫਲਾਈਟ ਦੇ ਉੱਤੇ ਟ੍ਰੇਲ ਕਰਤਾ, ਉਹ ਆਈਟਾ ਦਾ ਟਰੈਵਲ ਪਾਸ ਯੂਜ਼ ਕਰ ਰਹੀਆਂ ਨੇ। ਸਿੰਗਾਪੁਰ ਤੇ ਭੂਟਾਨ ਤੇ ਬਹਿਰੀਨ, ਇਹ ਕੰਟਰੀਆਂ ਪਹਿਲੀਆਂ ਨੇ ਜੋ ਆਈਟਾ ਦਾ ਟਰੈਵਲ ਪਾਸ ਯੂਜ਼ ਕਰ ਰਹੀਆਂ ਨੇ ਇਸ ਟਾਈਮ ਕੰਪਲੀਟਲੀ। ਇੰਡੀਆ ਦੇ ਵਿੱਚ ਵੀ 31 ਅਪ੍ਰੈਲ ਤੋਂ ਆਈਟਾ ਦਾ ਟਰੈਵਲ ਪਾਸ ਬਿਲਕੁਲ ਕੰਪਲੀਟਲੀ ਐਲੀਜੀਬਲ ਹੋ ਜਾਏਗਾ। ਹਰ ਕਿਸੇ ਨੂੰ ਇਹ ਟਰੈਵਲ ਪਾਸ ਲੈ ਕੇ ਹੀ ਟਰੈਵਲ ਕਰਨਾ ਪਏਗਾ। ਤੁਹਾਨੂੰ ਮੈਂ ਹੁਣ ਦੱਸਣ ਲੱਗਾ ਕਿਹੜੀ 에ਅਰਲਾਈਨਸ ਦੇ ਵਿੱਚ ਇਸ ਟਾਈਮ ਟਰੈਵਲ ਪਾਸ ਜੋ ਹੈਗਾ ਉਹ ਬਿਲਕੁਲ ਐਲੀਜੀਬਲ ਹੋ ਗਿਆ। ਸਿੰਗਾਪੁਰ 에ਅਰਲਾਈਨਸ, ਕਤਾਰ 에ਅਰਲਾਈਨਸ, ਐਮੀਰੇਟਸ 에ਅਰਲਾਈਨਸ, ਐਥਾਡ, IAG ਮਲੇਸ਼ੀਆ, ਕੋਪਾ 에ਅਰਲਾਈਨਸ, ਰੈਵੰਟ 에ਅਰਲਾਈਨਸ, 에ਅਰ ਨਿਊਜ਼ੀਲੈਂਡ, ਕੁਆਂਟਸ, 에ਅਰ ਬੈਟਲਿਕ, ਗਲਫ 에ਅਰਲਾਈਨਸ, ANA, 에ਅਰ ਸਬੇਰੀਆ, थाई स्माइल, कोरियन एयरलाइंस, नियोस एयरलाइंस, वर्जिन अटलांटिक, इथोपिया, जेट अल्फ.com, आइबरिया, सऊदी, स्विस, हांगकांग एयरलाइंस ਤੇ ਜਾਪਾਨ 에ਅਰਲਾਈਨਸ। ਆਲਮੋਸਟ ਸਾਰੀ 에ਅਰਲਾਈਨਸ ਦੇ ਵਿੱਚ ਇਸ ਟਾਈਮ ਆਈਟਾ ਦਾ ਟਰੈਵਲ ਪਾਸ ਜੋ ਹੈਗਾ ਉਹ ਟ੍ਰੇਲ ਹੋ ਚੁੱਕਿਆ ਹੈ ਤੇ ਬਸ ਵੇਟ ਹੈਗੀ ਤੇ ਫਾਈਨਲੀ ਇਹਦਾ ਅਪਰੂਵਲ ਹੋਣ ਦੀ ਕਿ IATA ਦੇ ਟਰੈਵਲ ਪਾਸ ਨੂੰ ਕਦੋਂ ਗ੍ਰੀਨ ਸਿਗਨਲ ਮਿਲੇਗਾ WHO ਤੋਂ। ਪਰ WHO ਇਸ ਟਾਈਮ ਕਹਿ ਰਿਹਾ ਕਿ ਵੈਕਸੀਨ ਪਾਸਪੋਰਟ ਬਹੁਤ ਹੀ ਅੱਛਾ ਆਪਸ਼ਨ ਨਹੀਂ ਹੈਗਾ ਕਿਉਂਕਿ ਇਹ ਇੱਕ ਪਾਰਸ਼ੈਲਿਟੀ ਕ੍ਰੀਏਟ ਕਰਦਾ। ਬਟ ਯੂਨਾਈਟਿਡ ਨੇਸ਼ਨ ਨੇ ਆਲਰੇਡੀ ਕਹਿਤਾ ਕਿ ਉਹ WHO ਦੀ ਕੋਈ ਗੱਲ ਨਹੀਂ ਮੰਨਣਾ। ਤੇ ਅਗਰ ਯੂਨਾਈਟਿਡ ਨੇਸ਼ਨ ਇਸ ਟਰੈਵਲ ਪਾਸ ਨੂੰ ਅਪਰੂਵ ਕਰਦਾ ਤੇ ਸਾਰੀ ਕੰਟਰੀਜ਼ ਇਹਨੂੰ ਅਪਰੂਵ ਕਰਨਗੀਆਂ। ਤੇ ਕੁਆਂਟਸ ਦਾ ਜੋ CEO ਹੈਗਾ ਉਹਨੇ ਅਕਤੂਬਰ ਤੋਂ USA ਵਾਸਤੇ ਆਪਣੀ ਫਲਾਈਟ ਸ਼ੁਰੂ ਕਰਨੀਆਂ ਨੇ। ਤੇ ਇਸ ਟਾਈਮ USA इज वन ऑफ द लीडिंग कंट्री जिन्हें हायर नंबर दे अपने एडल्ट्स ਨੂੰ वैक्सीन। अब हम आ गए अपनी अगली बहुत ही बड़ी अपडेट ਤੇ ਜੋ ਕਿ ਹੈਗੀ ਆਸਟ੍ਰੇਲੀਅਨ ਸਟੇਟਸ ਕੰਸੀਡਰ ਪਲਾਨ ਫॉर ਰਿਟਰਨ ਆਫ ਇੰਟਰਨੈਸ਼ਨਲ ਸਟੂਡੈਂਟਸ ਇਨ 2021। ਆਸਟ੍ਰੇਲੀਅਨ ਜੋ ਸਟੇਟਸ ਹੈਗੀਆਂ ਮੈਂ ਤੁਹਾਨੂੰ ਦੱਸਦਾ, ਇਹ 2 ਹੀ ਸਟੇਟਸ ਹੈਗੀਆਂ ਨੇ ਇਸ ਟਾਈਮ, ਵਿਕਟੋਰੀਆ ਤੇ NSW, ਜੋ ਕਿ ਇੰਟਰਨੈਸ਼ਨਲ ਸਟੂਡੈਂਟ ਦੇ ਰਿਟਰਨ ਦਾ ਪਲਾਨ ਬਣਾ ਰਹੀਆਂ ਨੇ। ਪਰ ਇਹਦੇ ਨਾਲ ਤੁਹਾਨੂੰ ਮੈਂ ਇੱਕ ਹੋਰ ਵਧੀਆ ਅਪਡੇਟ ਦੇਵਾਂ ਕਿ ਹੁਣ ਜੋ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਨੇ ਇੰਡੀਆ ਦੇ ਵਿੱਚ ਜੋ ਵੈਕਸੀਨ ਲਾਣੀ ਸ਼ੁਰੂ ਕਰਨ ਲੱਗੇ ਨੇ 18+ ਨੂੰ, ਉਹਦੇ ਨਾਲ ਇਹ ਬਹੁਤ ਹੀ ਵਧੀਆ ਹੋਪਸ ਨਿਕਲ ਕੇ ਆਉਣਗੇ ਕਿਉਂਕਿ ਇੰਡੀਆ ਦੇ ਵਿੱਚ ਵੀ ਐਸਟਰਾਜੈਨਿਕਾ ਦੀ ਵੈਕਸੀਨ ਲੱਗ ਰਹੀ ਹੈ ਤੇ ਆਸਟ੍ਰੇਲੀਆ ਦੇ ਵਿੱਚ 50+ ਨੂੰ ਐਸਟਰਾਜੈਨਿਕਾ ਦੀ ਵੈਕਸੀਨ ਲੱਗ ਰਹੀ ਹੈ ਤੇ ਜਿਹਦੇ ਕਰਕੇ ਆਪਣਾ ਟਰੈਵਲ ਪੋਸੀਬਲ ਹੋ ਸਕਦਾ। ਨਿਊ ਸਾਊਥ ਵੇਲ ਐਂਡ ਵਿਕਟੋਰੀਆ ਯੂਜੂਅਲੀ ਦ 2 ਆਸਟ੍ਰੇਲੀਅਨ ਸਟੇਟ that host the largest cohort of international students are drawing up the plan to bring back
their share of international students from their home country where they have been stranded from months together due to the border closure of March 2020। ਸਿਰਫ ਇਹੀ ਦੋ ਸਟੇਟਸ ਹੈਗੀਆਂ ਜੋ ਪਲਾਨ ਤਿਆਰ ਕਰਦੀ ਪਈਆਂ ਨੇ ਤੇ ਫੈਡਰਲ ਗਵਰਨਮੈਂਟ ਨੂੰ ਸਬਮਿਟ ਕਰਾਉਂਦੀ ਪਈਆਂ ਨੇ ਤਾਂ ਕਿ ਜੋ ਇਹਨਾਂ ਦੇ ਸ਼ੇਅਰ ਸਨ, ਜੋ ਇਹਨਾਂ ਦੇ ਸਟੂਡੈਂਟ ਸਨ, ਉਹ ਸਟਕ ਹੋ ਗਏ ਸਨ ਪੈਂਡੈਮਿਕ ਦੇ ਦੌਰਾਨ, ਉਹਨਾਂ ਨੂੰ ਵਾਪਸ ਬੁਲਾਇਆ ਜਾ ਸਕੇ। ਤੁਸੀਂ ਦੇਖ ਸਕਦੇ ਹੋ ਕਿ ਬਹੁਤ ਹੀ ਲੇਟੈਸਟ ਅਪਡੇਟ ਹੈਗੀ, ਸਿਰਫ 8 ਘੰਟੇ ਪਹਿਲੇ ਦੀ ਇਹ ਅਪਡੇਟ ਹੈਗੀ। ਨਿਊ ਸਾਊਥ ਵੇਲ ਜੋ ਹੈਗਾ ਪਲਾਨ ਕਰ ਰਹੀ ਹੈ ਅਲਟਰਨੇਟਿਵ ਕੁਆਰੰਟੀਨ ਬਣਾਉਣ ਦਾ ਇੰਟਰਨੈਸ਼ਨਲ ਸਟੂਡੈਂਟ ਦੇ ਵਾਸਤੇ ਤਾਂ ਕਿ ਉਹਨਾਂ ਦਾ ਰਿਟਰਨ ਕਰਾਇਆ ਜਾ ਸਕੇ, ਬਟ ਇਹਨਾਂ ਦਾ ਰਿਟਰਨ ਕਰਾਉਣਗੇ ਉਹ ਲੇਟ 2021 ਦੇ ਵਿੱਚ। ਜਿਵੇਂ ਕਿ ਤੁਹਾਨੂੰ ਮੈਂ ਪਿਛਲੀ ਵੀਡੀਓ ਦੇ ਵਿੱਚ ਦੱਸਿਆ ਸੀ ਕਿ ਨੈਕਸਟ 6 ਮੰਥ ਦੇ ਵਿੱਚ ਇਹਨਾਂ ਦਾ ਰਿਟਰਨ ਹੋ ਸਕਦਾ, ਯਾਨੀ ਜੂਨ ਤੋਂ ਬਾਅਦ ਸਾਨੂੰ ਵਧੀਆ ਅਪਡੇਟਸ ਉਹਨਾਂ ਨੂੰ ਮਿਲ ਸਕਦੀ ਹੈ। ਰਿਵੀਲਿੰਗ ਦਾ ਡਿਟੇਲ ਆਫ ਦਾ ਪ੍ਰਪੋਜ਼ਲ ਦਾ ਸਪੋਕਮੈਨ ਆਫ ਦਾ NSW ਜੋ NSW ਟ੍ਰੇਜਰ ਹੈਗੇ ਨੇ ਡੋਮਿਨਿਕ ਪਿਓਟੇ, ਉਹਨਾਂ ਨੇ ਕਿਹਾ ਕਿ ਆਪਾਂ ਪਲਾਨ ਡਿਵੈਲਪ ਕਰ ਰਹੇ ਹਾਂ ਤਾਂ ਕਿ ਜੋ ਆਪਣਾ ਇੰਟਰਨੈਸ਼ਨਲ ਐਜੂਕੇਸ਼ਨ ਦਾ ਸੈਕਟਰ ਹੈਗਾ ਉਹਨੂੰ ਰਿਵਾਈਵ ਕੀਤਾ ਜਾ ਸਕੇ within the context of the current quarantine system। ਕਰੰਟ ਕੁਆਰੰਟੀਨ ਸਿਸਟਮ ਨੂੰ ਵੇਖਦੇ ਹੋਇਆ ਇਹਨੂੰ ਰਿਵਾਈਵ ਕੀਤਾ ਜਾ ਸਕੇ ਜਲਦੀ ਤੋਂ ਜਲਦੀ। ਹਾਈਲਾਈਟਸ ਕੀ ਰਹਿਣ ਵਾਲੇ NSW ਪਲਾਨਸ ਕੁਆਰੰਟੀਨ ਅਕੋਮੋਡੇਸ਼ਨ ਫॉर ਇੰਟਰਨੈਸ਼ਨਲ ਸਟੂਡੈਂਟਸ। ਫੈਡਰਲ ਗਵਰਨਮੈਂਟ ਨੇ ਰਿਜੈਕਟ ਕਰਤਾ ਵਿਕਟੋਰੀਆ ਦਾ ਪਲਾਨ ਜੋ ਕਿ ਇਹਨਾਂ ਨੇ ਕਿਹਾ ਸੀ ਕਿ 120 ਮੋਰ ਪਲੇਸਿਸ ਦਵਾਂਗੇ ਇਕਨੋਮਿਕ ਕੋਰਟ ਤਾਂ ਕਿ ਇੰਟਰਨੈਸ਼ਨਲ ਸਟੂਡੈਂਟ ਦਾ ਰਿਟਰਨ ਕਰਾਇਆ ਜਾ ਸਕੇ। ਐਜ਼ ਔਨ 6 April 55,137 ਸਟੂਡੈਂਟਸ ਹੋਲਡਰ ਫਰੋਮ NSW were outside Australia। ਅਪ੍ਰੈਲ 6 ਤੱਕ ਕਿ 55,137 ਜੋ ਸਟੂਡੈਂਟ ਨੇ ਉਹ NSW ਦੇ ਨੇ ਉਹ ਆਊਟਸਾਈਡ ਹੈਗੇ ਨੇ ਆਸਟ੍ਰੇਲੀਆ ਤੋਂ। ਤੁਹਾਨੂੰ ਪਤਾ ਕਿ ਪਿੱਛੇ NSW ਨੇ ਐਕਸਪ੍ਰੈਸ਼ਨ ਆਫ ਇੰਟਰਸਟ ਕੱਢਿਆ ਸੀ ਕਿ ਉਹਦੇ ਕਈ ਬੰਦਿਆਂ ਨੇ ਆਪਣਾ ਐਕਸਪ੍ਰੈਸ਼ਨ ਵੀ ਆਫ ਇੰਟਰਸਟ ਵੀ ਦਿੱਤਾ ਸੀ, ਪਰ ਹੁਣ ਵੇਖਣਾ ਕਿ ਕੀ ਮੈਡੀਕਲ ਆਫਿਸਰ ਜੋ ਚੀਫ ਮੈਡੀਕਲ ਆਫਿਸਰ ਹੈਗੇ ਨੇ ਪ੍ਰੋਫੈਸਰ ਕੈਲੀ ਇਹਨੂੰ ਅਪਰੂਵ ਕਰਦੇ। ਪਿੱਛੇ ਵਿਕਟੋਰੀਆ ਨੇ ਆਪਣਾ ਪਲਾਨ ਜੋ ਸੀ ਉਹ ਫੈਡਰਲ ਗਵਰਨਮੈਂਟ ਤੋਂ ਦਿੱਤਾ ਸੀ ਕਿ ਉਹ ਸਟੈਂਡਰਡ ਆਸਟ੍ਰੇਲੀਅਨਸ ਦੇ ਨਾਲ ਹੀ ਇੰਟਰਨੈਸ਼ਨਲ ਸਟੂਡੈਂਟ ਨੂੰ ਲੈ ਕੇ ਆਉਣਗੇ, ਬਟ ਉਸ ਪਲਾਨ ਨੂੰ ਫੈਡਰਲ ਗਵਰਨਮੈਂਟ ਨੇ ਟੋਟਲੀ ਰਿਜੈਕਟ ਕਰਤਾ। ਕਿਉਂ ਕੀਤਾ? ਕਿਉਂਕਿ ਉਹਨਾਂ ਦੀ ਪਹਿਲੀ ਪ੍ਰਾਇੋਰਟੀ ਸੀ ਆਸਟ੍ਰੇਲੀਅਨਸ ਜੋ ਸਟੈਂਡਰਡ ਹੈਗੇ ਨੇ ਉਹਨਾਂ ਨੂੰ ਵਾਪਸ ਲੈ ਕੇ ਆਉਣਾ, ਤੇ ਉਹ ਨਹੀਂ ਚਾਹੁੰਦੇ ਕਿ ਸਾਡੇ ਆਸਟ੍ਰੇਲੀਅਨਸ ਦੀ ਪ੍ਰਾਇੋਰਟੀ ਕੋਈ ਹੋਰ ਲਵੇ, ਤੇ ਇਸ ਕਰਕੇ ਉਹਨਾਂ ਨੇ ਉਸ ਪਲਾਨ ਨੂੰ ਟੋਟਲੀ ਰਿਜੈਕਟ। ਸੋ ਫਰੈਂਡ ਹੁਣ ਆਪਾਂ ਆ ਗਿਆ ਆਪਣੀ ਬਹੁਤ ਹੀ ਵੱਡੀ ਅਪਡੇਟ ਤੇ ਜੋ ਹੈਗਾ ਕਿ ਸਿੰਗਾਪੁਰ ਟਰੈਵਲ ਬਬਲ ਆਈਡ ਐਜ਼ ਆਸਟ੍ਰੇਲੀਆ ਨਿਊਜ਼ੀਲੈਂਡ ਫਲਾਈਟ ਰਿਜ਼ਿਊਮ। ਸਟ੍ਰਿੰਗ ਹੁਣ ਸਿੰਗਾਪੁਰ ਦੇ ਵੱਲ ਇਹ ਵਹਿੰਦੇ ਪਏ ਨੇ ਕਿਉਂਕਿ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦਾ ਟਰੈਵਲ 400 ਦਿਨਾਂ ਤੋਂ ਬਾਅਦ ਹੁਣ ਫਾਈਨਲੀ ਸ਼ੁਰੂ ਹੋ ਚੁੱਕਿਆ। ਪਹਿਲਾ ਸਟੈਪ ਹੈਗਾ ਇਹਨਾਂ ਦਾ ਇੰਟਰਨੈਸ਼ਨਲ ਟਰੈਵਲ ਸ਼ੁਰੂ ਕਰਨ ਦਾ, ਉਹ ਇਹਨਾਂ ਨੇ ਅੱਜ ਲਿਆ। ਨਿਊਜ਼ੀਲੈਂਡਰਸ ਤੇ ਆਸਟ੍ਰੇਲੀਅਨਸ ਇੱਧਰ ਤੇ ਉੱਧਰ ਮੂਵ ਕਰ ਸਕਦੇ ਨੇ ਵਿਦਆਊਟ ਐਨੀ ਕੁਆਰੰਟੀਨ। ਤੇ ਆਪਣੇ ਕੀ ਪੁਆਇੰਟਸ ਕੀ ਰਹਿਣ ਵਾਲੇ ਨੇ ਇਸ ਪੂਰੇ ਆਰਟੀਕਲ। ਡਿਪਟੀ PM ਮਾਈਕਲ ਮੈਕਕॉर्क says Singapore is on the top of the government list for future destination. A two-way travel bubble between the Australia and New Zealand open. The government has been discussed with the several countries in Asia and the Pacific about the bubble arrangement। ਤੁਹਾਨੂੰ ਮੈਂ ਇੱਕ ਗੱਲ ਦੱਸਦਾ ਕਿ ਜਿਵੇਂ ਇੰਡੀਆ ਦੇ ਵਿੱਚ 18+ ਲੋਕਾਂ ਨੂੰ ਵੈਕਸੀਨ ਲੱਗਣੀ ਸ਼ੁਰੂ ਹੋ ਗਈ ਤੇ ਇੰਡੀਆ ਦੇ ਨਾਲ ਵੀ ਟਰੈਵਲ ਬਬਲ ਬਹੁਤ ਹੀ ਜਲਦੀ ਕ੍ਰੀਏਟ ਹੋ ਸਕਦਾ। ਆਲਵੇਜ਼ ਹੋਪ ਫॉर ਦਾ ਬੈਸਟ, ਆਪਾਂ ਨੂੰ ਉਮੀਦ ਨਹੀਂ ਹਾਰਨੀ ਚਾਹੀਦੀ। ਇਹਨਾਂ ਦਾ ਕਹਿਣਾ ਹੈ ਵੀ ਸਾਡਾ ਸਿੰਗਾਪੁਰ ਨਾਲ ਜੋ ਟਰੈਵਲ ਬਬਲ ਕ੍ਰੀਏਟ ਕਰਨਾ ਉਹ ਅੰਡਰਵੇ ਹੈਗਾ ਤੇ ਬਹੁਤ ਹੀ ਜਲਦੀ ਉਹ ਟਰੈਵਲ ਬਬਲ ਸ਼ੁਰੂ ਵੀ ਹੋ ਜਾਏਗਾ। ਕੁਆਂਟਸ ਦਾ ਚੀਫ ਐਗਜ਼ੀਕਿਊਟਿਵ ਐਲਨ ਜੋਇਸੀ ਦਾ ਕਹਿਣਾ ਵੀ ਉਹ ਬਹੁਤ ਹੀ ਹੋਪਫੁਲ ਹੈਗੇ ਨੇ ਕਿ ਗਵਰਨਮੈਂਟ ਹੁਣ ਧੀਰੇ ਧੀਰੇ ਐਕਸਪੈਂਡ ਕਰਦੀ ਜਾਏਗੀ ਆਸਟ੍ਰੇਲੀਆ ਟਰੈਵਲ ਤੇ ਫੁੱਟਪ੍ਰਿੰਟ ਤਿਆਰ ਕਰੇਗੀ ਤਾਂ ਕਿ ਇਹ ਟਰੈਵਲ ਵੱਧਦਾ ਹੀ ਜਾਏ। ਵੀ ਆਰ ਸਟਿਲ ਹੋਪਫੁਲ ਡੈਟ ਮੇਬੀ ਦੇਰ ਦਾ ਪੋਟੈਂਸ਼ੀਅਲ ਫॉर ਟਰੈਵਲ ਬਬਲਸ ਲਾਈਕ ਨਿਊਜ਼ੀਲੈਂਡ। ਹੀ ਸੈਡ whether it's the Pacific, Iceland, Fiji, numerous, whether it's the place in Asia that have a low prevalence of COVID like Taiwan, Japan, potentially Singapore and Korea। ਹੁਣ ਸਮਝ ਆ ਹੀ ਗਿਆ ਹੋਵੇਗਾ ਕਿ ਐਲਨ ਜੋਇਸੀ ਨੇ ਕਿਹਦੇ ਵੱਲ ਇਸ਼ਾਰਾ ਕੀਤਾ ਕਿ ਏਸ਼ੀਆ ਦੇ ਵਿੱਚ ਕਿਹੜੀ ਕੰਟਰੀ ਹੋ ਸਕਦੀ ਹੈ। ਤਾਈਵਾਨ, ਜਾਪਾਨ ਤੇ ਸਿੰਗਾਪੁਰ ਤੇ ਉਹਨਾਂ ਦੀ ਪਹਿਲੀ ਪ੍ਰਾਇੋਰਟੀ ਹੈ ਹੀ, ਤੇ ਉਹ ਕੋਰੀਆ ਨੂੰ ਵੀ ਇਨਕਲੂਡ ਕਰ ਰਹੇ ਨੇ ਕਿਉਂਕਿ ਇਹਦੇ ਵਿੱਚ ਕਰੋਨਾ ਵਾਇਰਸ ਦੇ ਕੇਸ ਬਹੁਤ ਹੀ ਜ਼ਿਆਦਾ ਘੱਟ ਹੈਗੇ ਨੇ। ਤਾਂ ਹੁਣ ਮੈਂ ਤੁਹਾਨੂੰ ਐਲਨ ਜੋਇਸੀ ਦੀ ਇੱਕ ਸਪੀਚ ਸੁਣਾਉਣ ਲੱਗਾ ਵਾਂ ਜਿਹਦੇ ਵਿੱਚ ਉਹਨੇ ਅੱਜ ਦੇ ਟਰੈਵਲ ਦੇ ਬਾਰੇ ਕੀ ਕਿਹਾ ਤੇ ਹੁਣ ਫਿਊਚਰ ਦੇ ਟਰੈਵਲ ਦੇ ਬਾਰੇ ਉਹ ਕੀ ਕਹਿ ਰਿਹਾ। ਪਲੀਜ਼ ਇਸ ਵੀਡੀਓ ਨੂੰ ਐਂਡ ਤੱਕ ਜ਼ਰੂਰ ਵੇਖਣਾ। This is really good news having this first bubble across to New Zealand. It's the first time in 400 days that people can travel quarantine free, and we're adding 16 flights a day to New Zealand, return flights a day, and they're full. You can see behind me all the people checking in. And we've gotten 630 people back to work just because of this bubble. And so the excitement with our pilots, our cabin crew, and people here at the airport is immense. So that's all really good news. Yes, of course we'd like to see the rest of the international borders opening up. We'd like to see that happening, but we want it to happen in a safe way because we don't want all the good work that's happened in the domestic market to go backwards. And the government has given us an aviation support package to get us ready for
the international borders opening up. It's training our people, it's getting our aircraft activated so that we are ready by the end of the year to take advantage of other bubbles if they happen, or to operate to other international destinations if the National Cabinet decide to open them up. You need the green light from the federal government, and you say that you're ready to go, but you've had to push back your ambitions for when it might happen. ਕਿ ਹੁਣ ਤੁਸੀਂ ਸੁਣਿਆ ਕਿ ਐਲਨ ਜੋਇਸੀ ਦਾ ਕੀ ਕਹਿਣਾ ਕਿ ਉਹ ਤਿਆਰ ਨੇ ਕਿ ਇੰਟਰਨੈਸ਼ਨਲ ਟਰੈਵਲ ਨੂੰ ਐਕਸਪੈਂਡ ਕਰਨ ਵਾਸਤੇ, ਬਟ ਉਹਨਾਂ ਨੂੰ ਵੇਟ ਹੈਗਾ ਸਿਰਫ ਤੇ ਸਿਰਫ ਗ੍ਰੀਨ ਲਾਈਟ ਦਾ, ਜੋ ਕਿ ਫੈਡਰਲ ਗੌਰਮੈਂਟ ਨੇ ਉਹਨਾਂ ਨੂੰ ਦੇਣੀ ਹੈ। ਤੇ ਉਹਨਾਂ ਦਾ ਇਹ ਵੀ ਕਹਿਣਾ ਕਿ ਉਹ ਇਸ ਤਰੀਕੇ ਨਾਲ ਸ਼ੁਰੂ ਕਰਨਗੇ ਕਿ ਕਰੋਨਾ ਵਾਇਰਸ ਦੇ ਕੇਸ ਨਾ ਵਧਣ, ਤਾਂ ਕਿ ਇਹਨਾਂ ਨੂੰ ਜਿੰਨਾ ਇਹ ਅੱਗੇ ਵਧਦੇ ਨੇ ਉਹਨਾਂ ਪਿੱਛੇ ਨਾ ਆ ਜਾਣ। ਇਸ ਵਾਸਤੇ ਇਹ ਬਹੁਤ ਹੀ ਸੇਫਲੀ ਆਪਣਾ ਟਰੈਵਲ ਸ਼ੁਰੂ ਕਰਨਗੇ। ਸੋ ਫਰੈਂਡਸ, ਮੈਂ ਉਮੀਦ ਕਰਦਾ ਤੁਹਾਨੂੰ ਅਪਡੇਟ ਬਹੁਤ ਹੀ ਵਧੀਆ ਲੱਗੀ ਹੋਵੇਗੀ, ਤੇ ਚੈਨਲ ਨੂੰ ਤੁਸੀਂ ਪਲੀਜ਼ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਨੂੰ ਪ੍ਰੈਸ ਕਰਨਾ ਨਾ ਭੁੱਲਿਆ ਜੇ, ਕਿ ਮੇਰੀ ਵੀਡੀਓ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੀ ਰਹੇ। ਤੇ ਤੁਸੀਂ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰ ਲਓ, ਤੇ ਇਸ ਨਾਲ ਤੁਹਾਡਾ ਬਹੁਤ ਬਹੁਤ ਧੰਨਵਾਦ।